ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਨਸਾਨ ਦਾ ਜਿਹੜਾ ਅਸਲ ਹੈ, ਇਨਸਾਨ ਦੀ ਜਿਹੜੀ ਹਕੀਕਤ ਹੈ, ਉਹ ਅਸਲ ਦੇ ਵਿੱਚ ਉਹਦੀ ਰੂਹ ਹੈ। ਇਹ ਜਿਹੜਾ ਜਿਸਮ ਹੈ, ਇਹ ਤਾਂ ਇੱਕ ਆਰਜ਼ੀ ਚੀਜ਼ ਹੈ। ਇਹ ਸਾਨੂੰ ਆਰਜ਼ੀ ਦਿੱਤਾ ਗਿਆ ਹੈ। ਇਹ ਉਸੇ ਤਰ੍ਹਾਂ ਹੀ ਹੈ ਕਿ ਅਗਰ ਅਸੀਂ ਕਿਸੇ ਸ਼ਹਿਰ 'ਚ ਜਾ ਕੇ ਕੁਛ ਅਰਸਾ ਰਹਿਣਾ ਹੋਵੇ ਅਤੇ ਉੱਥੇ ਮਕਾਨ ਕਿਰਾਏ 'ਤੇ ਲੈ ਲਈਏ। ਇਹ ਜਿਸਮ ਵੀ ਇਸੇ ਤਰ੍ਹਾਂ ਸਾਡੀ ਰੂਹ ਨੂੰ ਇਹ ਜਿਸਮ ਕੁਛ ਚੰਦ ਸਾਲਾਂ ਵਾਸਤੇ ਇਹ ਕਿਰਾਏ 'ਤੇ ਦਿੱਤਾ ਗਿਆ ਹੈ, ਇਸਤੇਮਾਲ ਕਰਨ ਵਾਸਤੇ ਦਿੱਤਾ ਗਿਆ। ਇਹ ਫਿਰ ਅਸੀਂ ਇਸ ਜਿਸਮ ਨੂੰ ਇੱਥੇ ਹੀ ਛੱਡ ਜਾਣਾ ਹੈ, ਐਸੇ ਦੁਨੀਆ 'ਚ ਛੱਡ ਜਾਣਾ ਹੈ। ਅਸੀਂ ਸਾਡੀ ਰੂਹ ਨੇ ਅੱਗੇ ਚਲੇ ਜਾਣਾ। ਔਰ ਇਹ ਜਿਹੜੀ ਮੌਤ ਹੈ, ਇਹ ਸਿਰਫ ਜਿਸਮ ਨੂੰ ਆਉਣੀ ਹੈ। ਰੂਹ ਇਸ ਜਿਸਮ ਤੋਂ ਪਹਿਲੇ ਜ਼ਿੰਦਾ ਸੀ, ਕਿਉਂਕਿ ਜਦੋਂ ਅੱਲਾ ਨੇ ਤਖਲੀਕ ਕੀਤਾ ਸੀ ਇਸ ਰੂਹ ਨੂੰ, ਇਹ ਰੂਹ ਉਦੋਂ ਤੋਂ ਜ਼ਿੰਦਾ ਹੈ, ਆਲਮ ਅਰਵਾਹ 'ਚ ਜਾਂ ਅੱਲਾ ਬਿਹਤਰ ਜਾਣਦੇ ਨੇ ਕਿ ਕਿਹੜੇ ਅਰਵਾਹ ਦੇ ਵਿੱਚ, ਲੇਕਿਨ ਸਾਡੀ ਰੂਹ ਉੱਥੇ ਮੌਜੂਦ ਸੀ। ਫਿਰ ਇਸ ਜਿਸਮ 'ਚ ਦਿੱਤੀ ਗਈ ਅਮਾਨਤਨ, ਔਰ ਫਿਰ ਇਸ ਜਿਸਮ ਦੇ ਵਿੱਚੋਂ ਸਾਡੀ ਰੂਹ ਕੱਢ ਲੈਣੀ, ਅੱਲਾ ਨੇ ਕੱਢ ਲੈਣੀ ਹੈ। ਇਹ ਕਿਸੇ ਹੋਰ ਜਹਾਨ ਦੇ ਵਿੱਚ ਚਲੀ ਜਾਣੀ ਹੈ। ਮੌਤ ਸਿਰਫ ਸਾਡੇ ਇਸ ਜਿਸਮ ਨੂੰ ਆਉਣੀ ਹੈ, ਕਿਉਂਕਿ ਅਸੀਂ ਇਸ ਜਿਸਮ ਦੇ ਵਿੱਚੋਂ ਸਾਡੀ ਰੂਹ ਨੇ ਨਿਕਲ ਜਾਣਾ ਹੈ। ਰੂਹ ਨੂੰ ਮੌਤ ਨਹੀਂ ਆਉਣੀ, ਸਿਰਫ ਜਿਸਮ ਨੂੰ ਆਉਣੀ ਹੈ। ਉਹ ਜਿਸ ਤਰ੍ਹਾਂ ਕੇਲਾ ਹੈ ਨਾ, ਉਹਦੇ ਕੇਲੇ ਦੇ ਵਿੱਚ ਉਹਦੀ ਛੱਲੀ ਹੁੰਦੀ ਹੈ, ਅਤੇ ਅਗਰ ਉਸ ਕੇਲੇ ਨੂੰ ਛਿੱਲੀਏ, ਉਹਦਾ ਛਿਲਕਾ ਜਿਹੜਾ ਤਾਂ ਕਿਤਨੀ ਖੂਬਸੂਰਤ ਛੱਲੀ ਨਿਕਲਦੀ ਹੈ। ਇਸੇ ਤਰ੍ਹਾਂ ਸਾਡੀ ਰੂਹ ਇਸ ਜਿਸਮ ਦੇ ਵਿੱਚ, ਅਗਰ ਅਸੀਂ ਉਸ ਰੂਹ ਨੂੰ ਗਜ਼ਾ ਦਿੰਦੇ ਰਹੇ, ਸਾਡੀ ਰੂਹ ਉਸੇ ਤਰ੍ਹਾਂ ਖੂਬਸੂਰਤ ਬਣਦੀ ਜਾਏਗੀ। ਉਸ ਨੂਰ ਦੇ ਨਾਲ, ਉਸ ਇਲਮ ਦੇ ਨੂਰ ਦੇ ਨਾਲ ਉਹ ਭਰਦੀ ਜਾਏਗੀ ਔਰ ਚਮਕਦੀ ਜਾਏਗੀ, ਔਰ ਜ਼ਿਆਦਾ ਖੂਬਸੂਰਤ ਹੁੰਦੀ ਜਾਏਗੀ। ਔਰ ਫਿਰ ਜਦੋਂ ਨਿਕਲੇਗੀ ਸਾਡੇ ਜਿਸਮ ਦੇ ਅੰਦਰੋਂ, ਉਸੇ ਤਰ੍ਹਾਂ ਖੂਬਸੂਰਤ ਹੋਏਗੀ ਜਿਸ ਤਰ੍ਹਾਂ ਕੇਲੇ ਦੀ ਛੱਲੀ, ਬਲਕਿ ਉਸ ਤੋਂ ਵੀ ਜ਼ਿਆਦਾ ਖੂਬਸੂਰਤ। ਇਹ ਦੁਨੀਆਵੀ ਜਿਸ ਤਰ੍ਹਾਂ ਕੁਰਾਨ ਦੇ ਵਿੱਚ ਆਇਆ ਕਿ ਕੁੱਲੂ ਨਫਸਿਨ ਜ਼ਾਇਕਤੁਲ ਮੌਤ, ਕਿ ਹਰ ਨਫਸ ਨੇ ਜਿਹੜਾ ਮੌਤ ਦਾ ਜ਼ਾਇਕਾ ਚਖਣਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ, ਇਹ ਬਿਲਕੁਲ ਹਕੀਕਤ ਹੈ ਕਿ ਹਰ ਇਨਸਾਨ ਨੇ, ਲੇਕਿਨ ਮੌਤ ਦੇ ਜ਼ਾਇਕੇ ਦੇ ਵਿੱਚ ਫਰਕ ਹੈ। ਅਗਰ ਤੇ ਮੈਂ ਆਪਣੇ ਜਿਸਮ ਨੂੰ ਪਾਲਦਾ ਰਿਹਾ, ਇੱਥੇ ਜਿਸਮ ਨੂੰ ਪਾਲਣਾ ਇੱਕ ਅਲੱਗਾ ਚੀਜ਼ ਹੈ, ਆਪਣੀ ਰੂਹ ਨੂੰ ਪਾਲਣਾ ਇੱਕ ਅਲੱਗਾ ਅਮਲ ਹੈ। ਜਿਸਮ ਅਗਰ ਮੈਂ ਹਰਾਮ ਦੇ ਤਰੀਕੇ ਨਾਲ ਪਾਲਦਾ ਰਿਹਾ, ਰਿਸ਼ਵਤ ਲੈ ਕੇ, ਧੋਖਾ ਕਰਕੇ, ਬੇਈਮਾਨਾ ਕਰਕੇ, ਕਿਸੇ ਦਾ ਹੱਕ ਖਾ ਕੇ, ਯਤੀਮਾਂ ਦਾ ਹੱਕ ਖਾ ਕੇ, ਨਜਾਇਜ਼ ਕਬਜ਼ੇ ਕਰਕੇ, ਮੁਲਕ ਦੇ ਖਜ਼ਾਨੇ ਖਾ ਕੇ, ਝੂਠ ਬੋਲ ਕੇ, ਬੇਈਮਾਨਾ ਕਰਕੇ, ਨਾਪ ਤੋਲ 'ਚ ਕਮੀ ਕਰਕੇ, ਜਿਤਨਾ ਵੀ ਗਲਤ ਤਰੀਕੇ ਨਾਲ ਕਮਾ ਕੇ, ਅਗਰ ਮੈਂ ਉਹਦੇ ਨਾਲ ਮੇਰਾ ਜਿਸਮ ਪਲੇਗਾ, ਉਹਦੇ ਨਾਲ ਸਿਰਫ ਮੇਰੇ ਜਿਸਮ ਦੀ ਗਜ਼ਾ ਮਿਲੇਗੀ। ਮੇਰੀ ਰੂਹ ਉਸ ਗਜ਼ਾ ਤੋਂ ਬੜੀ ਦੂਰ ਰਹੇਗੀ। ਮੇਰੀ ਰੂਹ ਨੂੰ ਗਜ਼ਾ ਸਿਰਫ ਉਹ ਮਿਲੇਗੀ ਜਿਹੜੀ ਮੈਂ ਹਲਾਲ ਤਰੀਕੇ ਨਾਲ ਕਮਾਇਆ ਹੋਏਗਾ, ਉਹਦੇ ਨਾਲ ਮੇਰੀ ਰੂਹ ਚਮਕੇਗੀ। ਮੈਂ ਅੱਛੇ ਤਰੀਕੇ ਨਾਲ ਕਮਾਇਆ ਹੋਏਗਾ, ਉਸ ਤਰ੍ਹਾਂ ਕਮਾਇਆ ਹੋਏਗਾ ਜਿਸ ਤਰ੍ਹਾਂ ਮੇਰੇ ਅੱਲਾ ਨੇ ਮੈਨੂੰ ਹੁਕਮ ਦਿੱਤਾ ਹੈ। ਅਗਰ ਮੈਂ ਉਸ ਤਰੀਕੇ ਨਾਲ ਚੱਲ ਕੇ ਉਹਨੂੰ ਹਲਾਲ ਤਰੀਕੇ ਨਾਲ ਹੀ ਖਰਚ ਕਰਦਾ ਰਹਾਂਗਾ, ਅੱਲਾ ਦੀ ਮਖਲੂਕ ਦਾ ਖਿਆਲ ਰੱਖਦਾ ਰਹਾਂਗਾ, ਅੱਲਾ ਦੀ ਬੰਦਗੀ ਕਰਦਾ ਰਹਾਂਗਾ, ਨਮਾਜ਼ ਪੜ੍ਹਾਂਗਾ, ਕੁਰਾਨ ਪੜ੍ਹਾਂਗਾ, ਅੱਲਾ ਦੀ ਇਬਾਦਤ ਕਰਾਂਗਾ, ਫਿਰ ਅੱਲਾ ਦੇ ਹੁਕਮਾਂ ਨੂੰ ਮੰਨਾਂਗਾ, ਅੱਲਾ ਦੀ ਮਖਲੂਕ ਦੇ ਨਾਲ ਅੱਛਾ ਸਲੂਕ ਕਰਾਂਗਾ, ਆਪਣੇ ਕਮਜ਼ੋਰ ਤਬਕੇ ਦਾ ਖਿਆਲ ਰੱਖਾਂਗਾ। ਮਖਲੂਕ ਦੇ ਵਿੱਚ ਸਿਰਫ ਇਨਸਾਨ ਨਹੀਂ, ਮਖਲੂਕ ਦੇ ਵਿੱਚ ਅੱਲਾ ਦੀ ਪਰਿੰਦੇ ਵੀ ਨੇ, ਅੱਲਾ ਦੇ ਜਾਨਵਰ ਵੀ ਨੇ, ਬਾਕੀ ਸਾਰੀ ਜਾਨਦਾਰ ਮਖਲੂਕਾਂ ਵੀ ਨੇ, ਦਰਖਤ ਵੀ ਨੇ, ਸਬਜ਼ ਘਾਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਹ ਵੀ ਹੈ, ਬੇਲਾਂ ਜਿਹੜੀਆਂ ਨਜ਼ਰ ਆ ਰਹੀਆਂ ਜਾਨਦਾਰ ਇਹ ਵੀ ਨੇ, ਸਾਰੀ ਅੱਲਾ ਦੀ ਮਖਲੂਕ ਹੈ। ਅਗਰ ਮੈਂ ਇਸ ਸਾਰਿਆਂ ਨਾਲੋਂ ਪਹਿਲੇ ਅਗਰ ਮੈਂ ਜ਼ਮੀਨ ਦੇ ਵਿੱਚ ਫਸਾਦ ਨਹੀਂ ਪਾਵਾਂਗਾ, ਬਲਕਿ ਅਮਨ ਔਰ ਸਲਾਮਤੀ ਨਾਲ ਰਵਾਂਗਾ, ਕਿਸੇ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਨਹੀਂ ਕਰਾਂਗਾ, ਕਿਸੇ ਦਾ ਰਾਹ ਨਹੀਂ ਡੱਕਾਂਗਾ, ਕਿਸੇ ਦੇ ਰਾਹ ਦੇ ਵਿੱਚ ਕਾਂਟੇ ਨਹੀਂ ਵਿਛਾਵਾਂਗਾ, ਅਤੇ ਫਿਰ ਮੇਰੀ ਰੂਹ ਨੂੰ ਨੂਰ ਮਿਲਦਾ ਰਹੇਗਾ, ਉਹ ਤਾਕਤ ਮਿਲੇਗੀ, ਉਹ ਗਜ਼ਾ ਮਿਲੇਗੀ। ਅਤੇ ਫਿਰ ਜਦੋਂ ਮੈਨੂੰ ਮੌਤ ਆਏਗੀ, ਅਗਰ ਮੈਂ ਆਪਣੀ ਰੂਹ ਨੂੰ ਗਜ਼ਾ ਦਿੰਦਾ ਰਿਹਾ, ਅਤੇ ਉਹ ਇਸੇ ਤਰ੍ਹਾਂ ਹੀ ਹੋਏਗੀ ਕਿ ਛਿਲਕਾ, ਜਿਸ ਤਰ੍ਹਾਂ ਕੇਲੇ ਦਾ ਛਿਲਕਾ ਹੈ ਨਾ, ਅਤੇ ਉਹਨੂੰ ਛਿੱਲਿਆ ਅਤੇ ਵਿੱਚੋਂ ਛੱਲੀ ਕੱਢ ਕੇ ਅਤੇ ਬੰਦਾ ਖਾ ਜਾਂਦਾ, ਇਸੇ ਤਰ੍ਹਾਂ ਉਹ ਸਾਡੀ ਰੂਹ ਇਸ ਜਿਸਮ 'ਚੋਂ ਨਿਕਲ ਕੇ ਕਿਸੇ ਹੋਰ ਜਹਾਨ 'ਚ ਚਲੀ ਜਾਏਗੀ, ਔਰ ਜਿਹੜਾ ਛਿਲਕਾ ਹੈ ਸਾਡਾ ਜਿਸਮ ਇੱਥੇ ਹੀ ਗਲ ਸੜ ਜਾਏਗਾ। ਅਤੇ ਸਾਨੂੰ ਉਸ ਮੌਤ ਦੇ ਅਮਲ ਤੋਂ, ਉਸ ਮੌਤ ਦੇ ਜ਼ਾਇਕੇ ਦਾ ਪਤਾ ਹੀ ਨਹੀਂ ਚੱਲਣਾ। ਸਾਡੇ ਵਾਸਤੇ ਉਹ ਇਸ ਤਰ੍ਹਾਂ ਹੋਏਗਾ ਕਿ ਜਿਸ ਤਰ੍ਹਾਂ ਇੱਕ ਮੁਲਕ ਤੋਂ ਦੂਸਰੇ ਮੁਲਕ ਦਾ ਸਫ਼ਰ ਕਰ ਰਿਹਾ, ਜਾਂ ਮਿਸਾਲ ਦੇ ਤੌਰ 'ਤੇ ਇੱਕ ਕਮਰੇ 'ਚੋਂ ਨਿਕਲ ਕੇ ਅਸੀਂ ਦੂਸਰੇ ਕਮਰੇ 'ਚ, ਜਾਂ ਇਸ ਤਰ੍ਹਾਂ ਸਮਝ ਲਓ ਕਿ ਕੋਈ ਸੌਫਟਵੇਅਰ ਅਪਡੇਟ ਕੀਤਾ, ਇੱਕ ਪੁਰਾਣੀ ਵਰਜ਼ਨ ਤੋਂ ਨਵੀਂ ਵਰਜ਼ਨ ਆ ਗਈ ਹੈ, ਉਹਦੇ 'ਤੇ ਅਪਡੇਟ ਹੋਇਆ, ਇਸ ਤਰ੍ਹਾਂ ਸਾਨੂੰ ਮਹਿਸੂਸ ਹੋਏਗਾ। ਜ਼ਾਇਕਾ ਮੌਤ ਦਾ ਹਰ ਇਨਸਾਨ ਨੇ ਚਖਣਾ, ਹਰ ਜਾਨਦਾਰ ਨੇ ਚਖਣਾ, ਲੇਕਿਨ ਉਹਨੂੰ ਉਸ ਜ਼ਾਇਕੇ ਦਾ ਪਤਾ ਹੀ ਨਹੀਂ ਚੱਲਣਾ।
ਉਹ ਪਤਾ ਹੀ ਨਹੀਂ ਚੱਲਣਾ ਇਸ ਸੈਕਿੰਡ ਦੇ ਵਿੱਚ, ਅੱਛਾ ਮੈਂ ਇਸ ਦੁਨੀਆ 'ਚ ਆ ਗਿਆ। ਬਸ ਇਸ ਤਰ੍ਹਾਂ ਅਗਰ ਮੈਂ ਆਪਣੇ ਜਿਸਮ ਦੀ ਗਜ਼ਾ ਦਾ ਸਿਰਫ ਖਿਆਲ ਰੱਖਾਂਗਾ, ਉਹ ਹਰਾਮ ਦੇ ਤਰੀਕੇ ਨਾਲ ਆਪਣੇ ਜਿਸਮ ਨੂੰ ਪਾਲਦਾ ਰਹਾਂਗਾ, ਤੇ ਫਿਰ ਮੈਨੂੰ ਮੌਤ ਦੇ ਜ਼ਾਇਕੇ ਦਾ ਅੱਲਾ ਭਰਪੂਰ ਤਰੀਕੇ ਨਾਲ ਜ਼ਾਇਕਾ ਚਖਾਉਣ, ਤੇ ਫਿਰ ਮੇਰੇ ਜਿਸਮ ਨੂੰ ਵੀ ਮਹਿਸੂਸ ਹੋਏਗੀ ਉਹ ਮੌਤ, ਉਹ ਵੀ ਤਕਲੀਫ ਦੇ ਵਿੱਚ ਹੋਏਗਾ। ਮੇਰੀ ਰੂਹ ਨੂੰ ਨਿਕਲਦਿਆਂ ਵੀ ਤਕਲੀਫ ਮਹਿਸੂਸ ਹੋਏਗੀ, ਬੜੀ ਔਖੀ ਹੋ ਕੇ ਨਿਕਲੇਗੀ। ਇਸ ਵਾਸਤੇ ਕੋਸ਼ਿਸ਼ ਕਰੋ ਕਿ ਇਸ ਦੁਨੀਆ ਦੇ ਵਿੱਚ ਰਹਿ ਕੇ ਜਿਸਮ ਨੂੰ ਇਤਨੀ ਇੰਪੋਰਟੈਂਟ ਨਾ ਦਿਓ। ਜਿਸਮ ਦੀ ਗਜ਼ਾ ਜਿਹੜੀ ਹੈ, ਉਹ ਜਿਸਮ ਦੀ ਗਜ਼ਾ ਦੀ ਇੰਨੀ ਪਰਵਾਹ ਨਾ ਕਰੋ, ਬਲਕਿ ਆਪਣੀ ਰੂਹ ਦੀ ਗਜ਼ਾ ਦੀ ਫਿਕਰ ਕਰੋ। ਅਗਰ ਅਸੀਂ ਆਪਣੀ ਰੂਹ ਦੀ ਗਜ਼ਾ ਦੀ ਫਿਕਰ ਕਰਾਂਗੇ ਔਰ ਉਹਨੂੰ ਸਿਰਫ ਅਸੀਂ ਆਪਣਾ ਤਰੀਕਾ ਬਦਲਣਾ ਹੈ, ਹਰਾਮ ਤੋਂ ਹਲਾਲ ਵਾਲੇ ਤਰੀਕੇ 'ਤੇ ਆਉਣਾ ਹੈ, ਝੂਠ ਤੋਂ ਸੱਚ 'ਤੇ ਆਉਣਾ ਹੈ, ਬੇਈਮਾਨੀ ਤੋਂ ਇਮਾਨਦਾਰੀ 'ਤੇ ਆਉਣਾ ਹੈ। ਤੇ ਅਗਰ ਇਹ ਇੱਕ ਸਿਰਫ ਆਪਣਾ ਅਸੀਂ ਮਾਈਂਡ ਚੇਂਜ ਕਰਨਾ ਹੈ, ਹਕੀਕਤ ਗੱਲ ਹੈ ਜ਼ਿੰਦਗੀ ਸਾਡੀ ਉਸੇ ਤਰ੍ਹਾਂ ਹੀ ਗੁਜ਼ਰਨੀ ਹੈ। ਲੇਕਿਨ ਅਸੀਂ ਅਗਰ ਮਾਈਂਡ ਚੇਂਜ ਕਰਕੇ ਉਹਨੂੰ ਉਹਦਾ ਆਪਣੀ ਸਾਰੀ ਕੁਵਤ, ਆਪਣਾ ਸਾਰਾ ਤਰੀਕਾ ਉਸ ਰੂਹ ਦੀ ਗਜ਼ਾ ਦੀ ਤਰਫ ਕਰ ਦਿਆਂਗੇ, ਤੇ ਫਿਰ ਸਾਡੀ ਰੂਹ ਜਦੋਂ ਇਸ ਜਿਸਮ 'ਚੋਂ ਨਿਕਲੇਗੀ, ਉਹ ਨੂਰ ਦੇ ਨਾਲ ਭਰੀ ਹੋਏਗੀ, ਉਹ ਨੂਰ ਦੇ ਨਾਲ ਚਮਕ ਰਹੀ ਹੋਏਗੀ, ਉਹ ਨੂਰ ਦੇ ਨਾਲ ਲਸ਼ਕਾਰੇ ਮਾਰਦੀ ਹੋਏਗੀ, ਔਰ ਸਾਨੂੰ ਹਕੀਕਤ ਗੱਲ ਹੈ ਪਤਾ ਹੀ ਨਹੀਂ ਲੱਗਣਾ ਕਿ ਕਿਸ ਟਾਈਮ ਨਿਕਲ ਕੇ ਸਾਡੀ ਇਸ ਰੂਹ ਜਿਹੜੀ ਇਸ ਜਿਸਮ ਦੇ ਵਿੱਚੋਂ ਉਹ ਦੂਸਰੇ ਜਹਾਨ ਦੇ ਵਿੱਚ ਚਲੀ ਗਈ ਹੈ, ਅੱਲਾ ਦੇ ਕੋਲ ਚਲੀ ਗਈ ਹੈ, ਔਰ ਸਾਡਾ ਜਿਸਮ ਇੱਥੇ ਹੀ ਰਹਿ ਜਾਣਾ, ਉਹਨੇ ਗੱਲ ਸੜ ਜਾਣਾ। ਔਰ ਜਿਹੜੇ ਜਿਸਮ ਨੇ ਗੱਲ ਸਾੜੀ ਜਾਣਾ, ਉਸ ਜਿਸਮ ਦਾ ਅਗਰ ਖਿਆਲ ਰੱਖਣ ਦਾ ਫਿਰ ਕੀ ਫਾਇਦਾ? ਉਸ ਜਿਸਮ ਦੀ ਫਿਕਰ ਕਰਨ ਦਾ ਕੀ ਫਾਇਦਾ? ਉਸ ਜਿਸਮ ਨੂੰ ਪਾਲਣ ਦਾ ਕੀ ਫਾਇਦਾ ਜਿਹਨੇ ਇੱਥੇ ਹੀ ਰਹਿ ਕੇ ਇੱਥੇ ਹੀ ਗੱਲ ਸੜ ਜਾਣਾ, ਇੱਥੋਂ ਦੇ ਕੀੜਿਆਂ ਦੀ ਖੁਰਾਕ ਬਣ ਜਾਣਾ। ਹਕੀਕਤ ਗੱਲ ਹੈ, ਮੈਨੂੰ ਫਿਕਰ ਤੇ ਆਪਣੀ ਉਸ ਰੂਹ ਦੀ ਕਰਨੀ ਚਾਹੀਦੀ ਹੈ, ਜਿਹੜੀ ਰੂਹ ਹਮੇਸ਼ਾ ਤੋਂ ਸੀ, ਹਮੇਸ਼ਾ ਰਹੇਗੀ, ਔਰ ਉਹ ਹੀ ਮੇਰਾ ਅਸਲ ਹੈ, ਉਹ ਹੀ ਮੇਰੀ ਹਕੀਕਤ, ਔਰ ਹਕੀਕਤ ਦੇ ਵਿੱਚ ਉਹ ਹੀ ਮੈਂ ਆ। ਇਹ ਜਿਸਮ ਤੇ ਆਰਜ਼ੀ ਹੈ ਮੇਰੇ ਕੋਲ। ਆ ਜੋ ਅੱਜ ਤੋਂ ਹੀ ਇਰਾਦਾ ਕਰੀਏ, ਅੱਜ ਤੋਂ ਹੀ ਅਹਿਦ ਕਰੀਏ ਇਸ ਚੀਜ਼ ਦਾ ਕਿ ਮੈਂ ਅੱਜ ਤੋਂ ਬਾਅਦ ਆਪਣੀ ਰੂਹ ਦੀ ਫਿਕਰ ਕਰਾਂਗਾ, ਆਪਣੀ ਰੂਹ ਦੀ ਪਰਵਰਿਸ਼ ਕਰਾਂਗਾ, ਆਪਣੀ ਰੂਹ ਦੀ ਗਜ਼ਾ ਦਾ ਬੰਦੋਬਸਤ ਕਰਾਂਗਾ, ਜਿਹਦੇ ਵਿੱਚ ਮੈਂ ਸਾਰਿਆਂ ਨਾਲੋਂ ਪਹਿਲੇ ਆਪਣੇ ਕਮਜ਼ੋਰ ਤਬਕੇ ਦਾ ਖਿਆਲ ਰੱਖਾਂਗਾ, ਅੱਲਾ ਦੀ ਮਖਲੂਕ ਦਾ ਖਿਆਲ ਰੱਖਾਂਗਾ, ਅੱਲਾ ਦੇ ਹੁਕਮਾਂ ਦਾ ਖਿਆਲ ਰੱਖਾਂਗਾ, ਅੱਲਾ ਦੇ ਹੁਕਮਾਂ ਦੀ ਪਾਬੰਦੀ ਕਰਾਂਗਾ, ਆਪਣੇ ਤੋਂ ਕਮਜ਼ੋਰ ਦੀ ਮਦਦ ਕਰਾਂਗਾ, ਆਪਣੇ ਤੋਂ ਗਰੀਬ ਜਿਹੜਾ ਉਹਦਾ ਖਿਆਲ ਰੱਖਾਂਗਾ। ਕਿਸੇ ਭੁੱਖੇ ਨੂੰ ਮੈਂ ਜਿਹਨੂੰ ਭੁੱਖ ਲੱਗੀ ਉਹਨੂੰ ਖਾਣਾ ਖਿਲਾਉਣ ਦੀ ਕੋਸ਼ਿਸ਼ ਕਰਾਂਗਾ, ਕੋਈ ਪਿਆਸਾ ਉਹਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰਾਂਗਾ, ਕੋਈ ਮਜ਼ਦੂਰ ਹੈ, ਕਮਜ਼ੋਰ ਹੈ, ਉਹਦਾ ਸਹਾਰਾ ਬਣ ਜਾਵਾਂਗਾ। ਔਰ ਇਹ ਤਹਿਰੀਕ ਜਿਹੜੀ ਹੈ, ਇਹ ਸਾਡੀ ਸਾਰਿਆਂ ਦੀ ਮੁਸ਼ਤਰਕਾ ਤਹਿਰੀਕ ਹੈ। ਇਸ ਤਹਿਰੀਕ ਦਾ ਮਕਸਦ ਵੀ ਇਹ ਹੀ ਹੈ ਕਿ ਅਸੀਂ ਇਸ ਤਹਿਰੀਕ ਦੇ ਜ਼ਰੀਏ, ਇਸ ਮਿਸ਼ਨ ਦੇ ਜ਼ਰੀਏ, ਇਹਨਾਂ ਵੀਡੀਓ ਦੇ ਜ਼ਰੀਏ ਆਪਣੇ ਕਮਜ਼ੋਰ ਤਬਕੇ ਦਾ ਖਿਆਲ ਰੱਖੀਏ। ਇਸ ਵੀਡੀਓ ਨੂੰ ਵੇਖਦਿਆਂ ਸਾਰੀ ਅੱਗੇ ਸ਼ੇਅਰ ਲਾਜ਼ਮੀ ਕਰਨਾ, ਕਿਉਂਕਿ ਤੁਸੀਂ ਜਿੰਨਾ ਸ਼ੇਅਰ ਕਰੋਗੇ ਇਹ ਤਹਿਰੀਕ ਉਨੀ ਵਧੇਗੀ। ਇਹਦੇ ਨਾਲ ਹੀ ਆਪਣਾ ਤੇ ਆਪਣੇ ਕਮਜ਼ੋਰ ਤਬਕੇ ਦਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਅੱਲਾ